ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਫਰੈਂਡਸ, ਕੈਨੇਡਾ ਦੀ ਜਦੋਂ ਫਾਈਲ ਲੱਗਦੀ ਹੈ ਕਈ ਸਟੂਡੈਂਟਸ ਦਾ ਗੈਪ ਵੱਧ ਹੁੰਦਾ। ਸੋ ਉਹ ਸਟੂਡੈਂਟ ਕੀ ਕਰ ਸਕਦੇ ਨੇ, ਕਿਉਂਕਿ SOP ਜਿਹੜਾ ਬਹੁਤ ਇੰਪੋਰਟੈਂਟ ਹੈ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਹੈਂਡਲ ਕੀਤਾ ਜਾ ਸਕਦਾ ਹੈ। ਸੋ ਜੇ ਗੈਪ ਜ਼ਿਆਦਾ ਹੋਵੇ ਤਾਂ SOP 'ਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਕਿ ਗੈਪ ਵੱਧਦਾ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਨਾ ਹੋਵੇ, ਜਾਣਨ ਦੀ ਕੋਸ਼ਿਸ਼ ਕਰਾਂਗੇ। ਅੱਜ ਦੇ ਸਾਡੇ ਜਿਹੜੇ ਐਕਸਪਰਟ ਨੇ ਉਹ SOP ਦੇ ਬਹੁਤ ਜ਼ਿਆਦਾ ਐਕਸਪਰਟ ਨੇ, ਡਿਟੇਲ 'ਚ ਉਹਨਾਂ ਨੇ ਐਨਾਲਿਸਿਸ ਕੀਤਾ ਹੋਇਆ ਤੇ ਉਹਨਾਂ ਦੀਆਂ ਜਿਹੜੀਆਂ ਬਣਾਈਆਂ SOPs ਨੇ ਉਹਨਾਂ ਨੇ ਰਿਫਿਊਜ਼ਲ ਤੋਂ ਬਾਅਦ ਦੁਬਾਰਾ ਰੀਲੌਜ ਫਾਈਲਾਂ 'ਚ ਕਮਾਲ ਕੀਤਾ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਸਾਡੇ ਅੱਜ ਦੇ ਗੈਸਟ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ ਦਾ। ਸਵਾਗਤ ਹੈ। ਥੈਂਕ ਯੂ ਦੀਪਕ ਜੀ। ਜਗਪ੍ਰੀਤ ਜੀ, ਪਿਛਲੇ ਕਾਫੀ ਸਮੇਂ ਤੋਂ ਮੈਂ ਤੁਹਾਨੂੰ ਜਾਣਦਾ ਤੇ ਮੈਂ ਦੇਖਿਆ ਕਿ SOP ਤੇ ਤੁਹਾਡੀ ਕਮਾਂਡ ਜਿਹੜੀ ਆ ਬਹੁਤ ਵਧੀਆ ਹੈ। ਤੁਸੀਂ ਬਹੁਤ ਫਸੇ ਹੋਏ ਕੇਸਿਸ ਵੀ ਸਿਰਫ SOP ਦੇ ਬੇਸ ਤੇ ਕੱਢਦੇ। ਗੈਪ ਜਿਹੜੇ ਸਟੂਡੈਂਟਸ ਦਾ ਜ਼ਿਆਦਾ ਹੁੰਦਾ ਹੈ, ਉਹਨਾਂ ਦੀ SOP ਬਣਾਉਣ ਲੱਗੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹੋ? ਦੇਖੋ ਦੀਪਕ ਜੀ, ਤੁਹਾਡਾ ਬਹੁਤ ਹੀ ਇੱਕ ਜਿਹੜਾ ਇਸ ਵੇਲੇ ਦਾ ਇੰਪੋਰਟੈਂਟ ਕੁਐਸਚਨ ਹੈ, ਜਿਹਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਨੂੰ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ। ਆਪਾਂ ਗੱਲ ਕਰਦੇ ਹਾਂ ਜੀ ਉਹਨਾਂ ਐਪਲੀਕੇਸ਼ਨਸ ਦੀ ਜਿਨ੍ਹਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੈ। ਫੋਰ ਐਗਜ਼ਾਮਪਲ 5, 7, 8 years ਅਪ ਟੂ 10 years ਦਾ ਗੈਪ ਹੈ। ਇਸ ਐਪਲੀਕੇਸ਼ਨ ਦੇ ਉੱਤੇ ਵੀਜ਼ਾ ਕਿੱਦਾਂ ਲਿਆ ਜਾ ਸਕਦਾ ਹੈ, ਇਹ ਇੰਪੋਰਟੈਂਟ ਹੈ, ਕਿਉਂਕਿ ਬਹੁਤ ਸਾਰੇ ਆਪਾਂ ਪ੍ਰੋਫੈਸ਼ਨਲਸ ਦੇਖਦੇ ਹਾਂ ਜਿਨ੍ਹਾਂ ਦੇ ਕੋਲ ਵੈਲ ਵਰਸਡ ਐਕਸਪੀਰੀਅੰਸਡ ਹੁੰਦਾ ਹੈ ਔਰ ਉਹ ਕੈਨੇਡਾ ਜਾਣਾ ਚਾਹੁੰਦੇ ਨੇ, ਆਪਣੀ ਐਜੂਕੇਸ਼ਨ ਨੂੰ ਕੰਪਲੀਟ ਕਰਨਾ ਚਾਹੁੰਦੇ ਨੇ, ਔਰ ਇਹਦੇ ਵਿੱਚ ਮੇਜਰਲੀ ਐਪਲੀਕੈਂਟਸ ਨੇ ਜਿਹੜੇ ਆਲਰੇਡੀ ਗ੍ਰੈਜੂਏਟਸ। ਸੋ ਨਾਰਮਲੀ ਜਦੋਂ ਆਪਾਂ ਕੈਨੇਡਾ ਦੇ ਐਪਲੀਕੇਸ਼ਨ ਪ੍ਰੋਸੈਸ ਦੀ ਗੱਲ ਕਰਦੇ ਹਾਂ ਤਾਂ ਨਾਰਮਲੀ ਆਪਾਂ ਦੇਖਦੇ ਹਾਂ ਐਕੈਡੈਮਿਕ ਸਕੋਰਸ, ਰੈਲੇਵੈਂਟ ਪ੍ਰੋਗਰਾਮ, ਇੰਗਲਿਸ਼ ਕ੍ਰੈਡੀਬਿਲਿਟੀ ਐਂਡ SOP। ਬਟ ਜਦੋਂ ਆਪਣੇ ਕੋਲ ਗੈਪ ਜ਼ਿਆਦਾ ਹੈ, ਸੋ ਉਹਨਾਂ ਐਪਲੀਕੇਸ਼ਨਸ ਦੇ ਉੱਤੇ ਦੋ ਮੇਜਰ ਐਸਪੈਕਟ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਇੱਕ ਤਾਂ ਅਨਡਾਊਟਡਲੀ ਹੈ ਜੀ SOP, ਜਿਹੜਾ ਤੁਸੀਂ ਆਲਰੇਡੀ ਜ਼ਿਕਰ ਕੀਤਾ ਹੈ ਕਿ ਉਹਦੀ ਪ੍ਰੈਜੈਂਟੇਸ਼ਨ ਅਕੋਰਡਿੰਗਲੀ ਹੋਣੀ ਚਾਹੀਦੀ ਹੈ, ਕਿ ਤੁਸੀਂ ਆਪਣੇ ਮੋਟੀਵੇਸ਼ਨਲ ਫੈਕਟਰਸ ਨੂੰ ਉੱਥੇ ਲੇ ਡਾਊਨ ਕਰ ਪਾਓ ਇਨ ਫਰੰਟ ਆਫ ਦਾ ਵੀਜ਼ਾ ਆਫਿਸਰ, ਕਿ ਕਿਹੜੀਆਂ ਚੀਜ਼ਾਂ ਨੇ ਤੁਹਾਡੇ ਅੰਦਰ ਦੁਬਾਰਾ ਇੱਕ ਇੰਟਰਸਟ ਕੀਤਾ, ਤੁਹਾਨੂੰ ਮੋਟੀਵੇਟ ਕੀਤਾ ਕਿ ਤੁਸੀਂ ਆਪਣੀ ਐਜੂਕੇਸ਼ਨ ਨੂੰ ਆਫਟਰ ਅ ਹਿਊਜ ਗੈਪ ਦੁਬਾਰਾ ਕੰਟੀਨਿਊ ਕਰ ਰਹੇ ਹੋ, ਔਰ ਉਹ ਵੀ ਇੱਕ ਓਵਰਸੀਜ਼ ਯਾਨੀ ਕਿ ਕੈਨੇਡਾ ਜਾ ਕੇ। ਸੋ ਉਹਦੇ ਉੱਤੇ ਵੀ ਆਪਾਂ ਗੱਲ ਕਰਾਂਗੇ। ਬਟ ਉਸ ਤੋਂ ਪਹਿਲਾਂ ਗੱਲ ਆਉਂਦੀ ਹੈ ਜੀ ਜ਼ਿਆਦਾ ਗੈਪ ਵਾਲੇ ਸਟੂਡੈਂਟਸ ਦੇ ਉੱਤੇ ਪ੍ਰੋਗਰਾਮ ਦੇ ਸਿਲੈਕਸ਼ਨ ਦੀ। ਦੀਪਕ ਜੀ, ਨਾਰਮਲੀ ਆਪਾਂ ਦੇਖਦੇ ਹਾਂ ਕਿ ਜਦੋਂ ਆਪਾਂ ਕੈਨੇਡਾ 'ਚ ਪ੍ਰੋਗਰਾਮ ਲੈਣਾ ਤੇ ਆਪਾਂ ਰੈਲੇਵੈਂਟ ਪ੍ਰੋਗਰਾਮ ਲੈਣਾ, ਦਿਸ ਇਜ਼ ਵੈਰੀ ਮਚ ਸ਼ੋਰ, ਹੈ ਨਾ। ਬਟ ਅਗਰ ਕਿਸੇ ਸਟੂਡੈਂਟ ਨੇ ਕਹਿ ਲਓ BTech ਕੀਤੀ ਹੈ, BA ਕੀਤੀ ਹੈ, ਕੁਛ ਵੀ ਕੀਤਾ ਔਰ ਉਸ ਤੋਂ ਬਾਅਦ ਉਹਦੇ ਕੋਲ ਐਕਸਪੀਰੀਅੰਸ ਹੈਗਾ ਔਰ ਉਹਦੀਆਂ ਜੌਬ ਰਿਸਪੌਂਸਿਬਿਲਟੀਜ਼ ਦਾ ਜਿਹੜਾ ਮੈਚ ਹੈ ਉਹਦੇ ਪ੍ਰੀਵੀਅਸ ਅਕੈਡਮਿਕਸ ਨਾਲ ਨਹੀਂ ਹੋ ਰਿਹਾ ਹੈ। ਬਹੁਤ ਸਾਰੇ ਕੇਸਿਸ 'ਚ ਦੀਪਕ ਜੀ ਤੁਸੀਂ ਵੀ ਦੇਖੋਗੇ, ਰਾਈਟ, ਕੋਈ BTech ਕਰਦਾ ਹੈ, ਉਸ ਤੋਂ ਬਾਅਦ ਉਹ ਐਡਮਿਨਿਸਟ੍ਰੇਟਿਵ ਰੋਲਸ ਵਿੱਚ ਆ ਜਾਂਦਾ ਹੈ। BA ਵਾਲੇ ਸਟੂਡੈਂਟ ਵੀ ਆਪਾਂ ਦੇਖਿਆ ਕਈ ਵਾਰੀ ਉਹ ਮੈਨੇਜਰੀਅਲ ਰੋਲਸ ਦੇ ਵਿੱਚ ਆਪਾਂ ਦੇਖਦੇ ਆ ਕਿ ਉਹਨਾਂ ਦੇ ਇੰਗਲਿਸ਼ ਕਮਿਊਨੀਕੇਸ਼ਨ ਸਕਿੱਲਸ ਬਹੁਤ ਵਧੀਆ ਹੁੰਦੇ ਨੇ, ਉਸ ਸਾਈਡ ਤੇ ਚਲੇ ਜਾਂਦੇ ਆ। ਕੁਝ ਸਟੂਡੈਂਟ ਨੇ B ਫਾਰਮਾ ਵਰਗੇ ਸਬਜੈਕਟਸ ਕੀਤੇ ਹੁੰਦੇ ਨੇ, ਗ੍ਰੈਜੂਏਸ਼ਨ ਹੈ, ਉਹ ਮਾਰਕੀਟਿੰਗ ਐਗਜ਼ੈਕਟਿਵਸ ਤੋਂ ਚੱਲਦੇ ਹੋਏ ਰੀਜਨਲ ਮੈਨੇਜਰਸ ਤੱਕ ਚਲੇ ਜਾਂਦੇ ਨੇ, ਜਿੱਥੇ ਉਹਨਾਂ ਦਾ ਮੇਜਰ ਐਸਪੈਕਟ ਸਿਰਫ ਔਰ ਸਿਰਫ ਸੇਲਸ ਹੁੰਦਾ ਹੈ, ਇੱਕ ਟੈਕਨੀਕਲ ਪ੍ਰੋਡਕਟ ਦੇ ਨਾਲ ਰਿਲੇਟਡ। ਹੁਣ ਉੱਥੇ ਜਾ ਕੇ ਜਦੋਂ ਆਪਾਂ ਗੱਲ ਕਰਦੇ ਹਾਂ, ਜੇ 8-10 ਸਾਲ ਦਾ ਗੈਪ ਪੈ ਗਿਆ ਤਾਂ ਫਿਰ ਉੱਥੇ ਪ੍ਰੋਗਰਾਮ ਦੀ ਸਿਲੈਕਸ਼ਨ ਜਿਹੜੀ ਹੈ ਇਹ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ ਤੁਹਾਡੇ ਗੈਪ ਈਅਰਸ ਦੇ ਐਕਸਪੀਰੀਅੰਸ ਦੇ ਉੱਤੇ, ਕਿ ਉਹਦੇ ਦੌਰਾਨ ਤੁਹਾਡੇ ਕੀ ਜੌਬ ਰੋਲਸ ਰਹੇ ਨੇ, ਕੀ ਡਿਊਟੀਜ਼ ਰਹੀਆਂ ਨੇ, ਕਿਹੜੀਆਂ ਰਿਸਪੌਂਸਿਬਿਲਟੀਜ਼ ਤੁਸੀਂ ਹੈਂਡਲ ਕੀਤੀਆਂ, ਔਰ ਇਹ ਸਾਰੇ ਐਸਪੈਕਟਸ ਨੂੰ ਤੁਸੀਂ ਪ੍ਰਪੋਜ਼ਡ ਪ੍ਰੋਗਰਾਮ ਦੇ ਨਾਲ ਕਿਸ ਤਰੀਕੇ ਨਾਲ ਇਨਹੈਂਸ ਕਰਦੇ ਹੋ। ਉੱਥੇ ਫਿਰ ਹੋ ਸਕਦਾ ਹੈ ਕਿ ਆਪਾਂ ਅਕੈਡਮਿਕ ਰੈਲੇਵੈਂਸੀ ਨੂੰ ਪਿੱਛੇ ਰੱਖਦੇ ਹੋਏ ਪ੍ਰੋਫੈਸ਼ਨਲ ਰੈਲੇਵੈਂਸੀ ਨੂੰ ਅੱਗੇ ਲੈ ਕੇ ਚੱਲੀਏ। ਸੋ ਇਹ ਉਹਨਾਂ ਐਪਲੀਕੇਸ਼ਨਸ ਦੇ ਵਿੱਚ ਬਹੁਤ ਇੱਕ ਮੇਜਰ ਪੁਆਇੰਟ ਹੈ। ਸੈਕੰਡ ਪੁਆਇੰਟ ਆਉਂਦਾ ਜੀ ਹੁਣ SOP ਨੂੰ ਲੈ ਕੇ। ਨਾਰਮਲੀ ਦੇਖੋ ਦੀਪਕ ਜੀ, ਇਸ ਡਾਕੂਮੈਂਟ ਨੂੰ ਜਾਂ ਤਾਂ ਬਹੁਤ ਜ਼ਿਆਦਾ ਇਗਨੋਰ ਕੀਤਾ ਜਾਂਦਾ ਹੈ ਜਾਂ ਇਹਨੂੰ ਬਹੁਤ ਈਜ਼ 'ਚ ਲਿਆ ਜਾਂਦਾ ਹੈ, ਜਿਹੜਾ ਕਿ ਬਹੁਤ ਇੱਕ ਡਿਸਾਈਡਿੰਗ ਫੈਕਟਰ ਹੈ। ਮੈਂ ਰੀਸੈਂਟਲੀ ਦੀਪਕ ਜੀ ਇੱਕ ਸਟੂਡੈਂਟ ਨੂੰ ਮਿਲਿਆ, +2 ਮੈਡੀਕਲ, ਰੀਸੈਂਟ ਪਾਸ ਆਊਟ 2020, 82% ਮਾਰਕਸ, 7 ਓਵਰਆਲ, ਡੈਂਟਲ ਅਸਿਸਟੈਂਸ ਦਾ ਪ੍ਰੋਗਰਾਮ ਐਂਡ ਐਪਲੀਕੇਸ਼ਨ ਰਿਫਿਊਜ਼ਡ। ਜਦੋਂ ਹੁਣ ਤੁਸੀਂ ਉਹਦਾ ਪ੍ਰੋਫਾਈਲ ਨੂੰ ਸਮਝੋਗੇ
ਤੇ ਤੁਹਾਨੂੰ ਨਹੀਂ ਲੱਗਦਾ ਹੈ ਕੋਈ ਵੀ ਸਟੂਡੈਂਟ ਜਿਹੜੇ ਵੀ ਇਹ ਸ਼ੋਅ ਦੇਖ ਰਹੇ ਨੇ ਕਿ ਇਹਦੇ ਵਿੱਚ ਕੀ ਪ੍ਰੋਬਲਮ ਹੋ ਸਕਦੀ ਹੈ? ਅਕੈਡਮਿਕ ਸਕੋਰਸ ਬਹੁਤ ਵਧੀਆ ਨੇ, ਗੈਪ ਕੋਈ ਨਹੀਂ ਹੈਗਾ, ਪ੍ਰੋਗਰਾਮ ਰੈਲੇਵੈਂਟ ਹੈ, ਆਇਲ ਸਕੋਰ 7 ਐਂਡ ਸਟਿਲ ਐਪਲੀਕੇਸ਼ਨ ਰਿਫਿਊਜ਼ਡ ਹੈ। ਰੀਜ਼ਨ ਕੀ ਸੀਗਾ ਦੀਪਕ ਜੀ? ਕਿ ਉਹਦੀ SOP ਦੇ ਵਿੱਚ ਸਾਰਾ ਹੀ ਮਟੀਰੀਅਲ 5 ਪੇਜਾਂ ਦੀ SOP ਸੀ। ਕੰਟੈਂਟ ਅਗਰ ਸਟੂਡੈਂਟ ਦੇਖਦਾ ਸੀ ਨਾ ਤਾਂ ਕਹਿੰਦਾ ਸੀ ਵੀ ਸ਼ਾਨਦਾਰ ਕੰਟੈਂਟ ਲਿਖਿਆ, ਬਟ ਉਹਦੇ ਵਿੱਚ ਸਾਰੇ ਹੀ ਐਸਪੈਕਟ ਜਿਹੜੇ ਸੀਗੇ ਉਹ ਇੱਕ ਵੈਬਸਾਈਟ ਤੇ ਕਾਪੀ ਪੇਸਟਡ ਸੀ। ਯਾਨੀ ਕਿ ਉਹ ਜਿਹੜੀ SOP ਸੀ ਉਹ ਇਨਫਰੈਂਸ ਨਹੀਂ ਦੇ ਰਹੀ ਸੀ ਕਿ ਸਟੂਡੈਂਟ ਦੀ ਆਪ ਦਾ ਪਰਪਸ ਕੀ ਹੈ, ਉਹਦੀ ਕੀ ਸਟੇਟਮੈਂਟ ਹੈ, ਉਹਦੀਆਂ ਕੀ ਇੰਟੈਂਸ਼ਨਸ ਨੇ, ਉਹਦਾ ਕੀ ਇੰਟਰਸਟ ਹੈ ਕੈਨੇਡਾ ਦੇ ਵਿੱਚ ਐਜੂਕੇਸ਼ਨ ਨੂੰ ਪਰਸੂ ਕਰਨ ਦਾ। ਸੋ ਜਿਹੜੇ ਸਟੂਡੈਂਟਸ ਗੈਪ ਦੇ ਨਾਲ ਅਪਲਾਈ ਕਰਦੇ ਨੇ, ਪਹਿਲਾ ਇੰਸਟੈਂਸ ਹੈ ਕਿ ਉਹ ਪ੍ਰੋਗਰਾਮ ਦੀ ਸਿਲੈਕਸ਼ਨ ਆਪਣੇ ਪ੍ਰੋਫੈਸ਼ਨਲ ਐਕਸਪੀਰੀਅੰਸ ਦੇ ਅਕੋਰਡਿੰਗਲੀ ਕਰਨ। ਸੈਕੰਡਲੀ, ਜਦੋਂ ਤੁਸੀਂ SOP ਲਿਖਣੀ ਹੈ ਉਹਦੇ ਵਿੱਚ ਬਾਕੀ ਸਾਰਾ ਕੰਟੈਂਟ ਸੇਮ ਹੈ, ਅਕੈਡਮਿਕਸ ਸੇਮ ਰਹਿਣਗੇ, ਆਇਲਸ ਦੀਆਂ ਸਾਰਾ ਕੰਡੀਸ਼ਨ ਸੇਮ ਹੈ। ਉੱਥੇ ਹੁਣ ਤੁਸੀਂ ਉਹਦੇ ਵਿੱਚ ਇੱਕ ਬ੍ਰਿਜ ਕਨੈਕਟ ਕਰਨਾ ਹੈ, ਜਨਰੇਟ ਕਰਨਾ ਹੈ ਕਿ ਜੋ ਤੁਹਾਡੀਆਂ ਜੌਬ ਡਿਊਟੀਜ਼, ਰਿਸਪੌਂਸਿਬਿਲਟੀਜ਼ ਤੁਹਾਡੇ ਪ੍ਰੋਫੈਸ਼ਨਲ ਕਰੀਅਰ ਦੇ ਦੌਰਾਨ ਰਹੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਐਨਹਾਂਸ ਹੋਣਗੀਆਂ ਤੁਹਾਡੇ ਪ੍ਰਪੋਜ਼ਡ ਪ੍ਰੋਗਰਾਮ ਦੇ ਨਾਲ ਕੈਨੇਡਾ ਦੇ ਵਿੱਚ, ਔਰ ਜੋ ਤੁਸੀਂ ਜੌਬ ਰੋਲਸ ਦੇ ਉੱਤੇ ਆਲਰੇਡੀ ਕੰਮ ਕਰ ਰਹੇ ਹੋ ਉਹਦੇ ਵਿੱਚ ਕੀ ਪ੍ਰੋਗਰੈਸ਼ਨ ਹੋਏਗਾ, ਤੁਹਾਡੀ ਕੀ ਪ੍ਰਮੋਸ਼ਨ ਹੋਏਗੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਐਕਸਪਲੇਨ ਕਰਨਾ ਪਏਗਾ ਆਪਣੀ SOP ਦੇ ਵਿੱਚ। ਦੈਨ ਯੂ ਕੈਨ ਗੈਟ ਅ ਸਕਸੈਸਫੁਲ ਆਊਟਪੁੱਟ ਫਰੋਮ ਦੀ ਕੈਨੇਡਾ ਐਮਬੈਸੀ। ਸੋ ਸਟੂਡੈਂਟਸ, ਜਿਵੇਂ ਕਿ ਜਗਪ੍ਰੀਤ ਜੀ ਨੇ ਦੱਸਿਆ, ਕਿਤੇ ਨਾ ਕਿਤੇ ਤੁਹਾਨੂੰ ਯਕੀਨ ਦਿਵਾਉਣਾ ਪਊਗਾ ਵੀਜ਼ਾ ਆਫਿਸਰ ਨੂੰ ਵੀ ਵਾਕਈ ਜਿਹੜਾ ਕੋਰਸ ਤੁਸੀਂ ਕਰਨ ਜਾ ਰਹੇ ਹੋ ਤੁਹਾਡੀ ਪ੍ਰੋਫੈਸ਼ਨਲ ਗਰੋਥ ਲਈ ਬਹੁਤ ਜ਼ਰੂਰੀ ਹੈ ਤੇ ਤੁਸੀਂ ਹੁਣ ਇਹ ਗੱਲ ਨੂੰ ਸਹੀ ਤਰੀਕੇ ਨਾਲ ਸਮਝ ਗਏ ਹੋ। ਤੁਸੀਂ ਸਿਰਫ ਕੈਨੇਡਾ ਵੜਨਾ ਨਹੀਂ ਚਾਹੁੰਦੇ, ਤੁਸੀਂ ਵਾਕਈ ਕੁਝ ਸਿੱਖਣਾ ਚਾਹੁੰਦੇ ਹੋ। ਸੋ ਕਿਵੇਂ ਲਿਖਣਾ ਹੈ, ਕਿਸ ਤਰੀਕੇ ਨਾਲ ਕਿੱਦਾਂ ਦੇ ਵਰਡਿੰਗ ਯੂਜ਼ ਕਰਨੀ ਹੈ, ਬਹੁਤ ਡਿਟੇਲ 'ਚ ਗੱਲਾਂ ਚੱਲੀਆਂ ਜਾਂਦੀਆਂ, ਬਟ ਮੋਟੀ ਗਾਈਡਲਾਈਨ ਤੁਹਾਨੂੰ ਇਹ ਵੀਡੀਓ 'ਚ ਜ਼ਰੂਰ ਦੇ ਦਿੱਤੀ ਗਈ ਹੈ ਕਿ ਕਿਸ ਲਾਈਨ 'ਤੇ ਤੁਸੀਂ ਆਪਣਾ ਜਿਹੜਾ SOP ਦੀ ਡਾਇਰੈਕਸ਼ਨ ਨੂੰ ਹੈ ਉਹਨੂੰ ਰੱਖਣਾ ਹੈ। ਸੋ ਉਮੀਦ ਹੈ ਕਿ ਫਾਈਲ ਲਗਾਉਣ ਲੱਗੇ ਅੱਜ ਦੀ ਸਾਡੀ ਇਨਫੋਰਮੇਸ਼ਨ ਤੁਹਾਡੇ ਬਹੁਤ ਕੰਮ ਆਊਗੀ ਤੇ ਤੁਹਾਨੂੰ ਵੀਜ਼ਾ ਮਿਲੇ। ਬੈਸਟ ਆਫ ਲੱਕ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।